BTV ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਅਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ। ਫਲਸਤੀਨੀ ਅਧਿਕਾਰੀਆਂ ਲਈ ਯੂਰੋਪੀਅਨ ਯੂਨੀਅਨ ਦੀ ਸਹਾਇਤਾ ਮੁਅੱਤਲ, ਇਜ਼ਰਾਈਲ ਦੇ ਹਮਾਸ ਦੇ ਹਮਲੇ ਤੇ ਮੱਦੇਨਜ਼ਰ ਲਿਆ ਫੈਸਲਾ। ਇਜ਼ਰਾਈਲ ਨੇ ਗਾਜ਼ਾ ਦੀ ਪੂਰੀ ਘੇਰਾਬੰਦੀ ਦੀ ਖਾਧੀ ਸਹੁੰ, UN ਦੇ ਰਾਜਦੂਤ ਨੇ ਇਜ਼ਰਾਈਲ ਤੇ ਹੋਏ ਹਮਲੇ ਨੂੰ 9/11 ਦਾ ਹਮਲਾ ਕਿਹਾ। ਵੱਡੀਆਂ 에ਅਰਲਾਈਨਾਂ ਨੇ ਯੁੱਧ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਲਈ ਉਡਾਨਾਂ ਨੂੰ ਕੀਤਾ ਮੁਅੱਤਲ। ਇਜ਼ਰਾਈਲ ਵਿੱਚ ਮਿਊਜ਼ਿਕ ਫੈਸਟੀਵਲ ਤੇ ਹੋਏ ਹਮਲਿਆਂ ਵਿੱਚ ਮੌਂਟਰੀਅਲ ਦੇ ਇੱਕ ਵਿਅਕਤੀ ਦੀ ਹੋਈ ਮੌਤ। ਹੁਣ ਖਬਰਾਂ ਵਿਸਥਾਰ ਨਾਲ। ਯੂਰੋਪੀਅਨ ਯੂਨੀਅਨ ਨੇ ਲੰਘੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਤੁਰੰਤ ਫਲਸਤੀਨੀ ਅਧਿਕਾਰੀਆਂ ਲਈ ਸੈਂਕੜੇ ਮਿਲੀਅਨ ਯੂਰੋ ਦੀ ਸਹਾਇਤਾ ਨੂੰ ਮੁਅੱਤਲ ਕਰ ਰਿਹਾ ਹੈ, ਕਿਉਂਕਿ ਯੂਰੋਪੀਅਨ ਯੂਨੀਅਨ ਦੇ ਕਮਿਸ਼ਨਰ ਨੇ ਹਮਾਸ ਦੁਆਰਾ ਇਜ਼ਰਾਈਲ ਉੱਤੇ ਕੀਤੇ ਹਮਲਿਆਂ ਨੂੰ ਅੱਤਵਾਦ ਅਤੇ ਬੇਰਹਿਮੀ ਦਾ ਪੈਮਾਨਾ ਕਿਹਾ ਸੀ। ਇਸ ਦੇ ਨਾਲ ਜਰਮਨੀ ਅਤੇ ਆਸਟਰੀਆ ਨੇ ਵੀ ਇਸੇ ਤਰ੍ਹਾਂ ਦੇ ਉਪਾਵਾਂ ਦਾ ਐਲਾਨ ਕੀਤਾ ਹੈ। ਯੂਰੋਪੀਅਨ ਯੂਨੀਅਨ ਦੇ ਕਮਿਸ਼ਨਰ ਓਲੀਵਰ ਵਰਹੇਲੀ ਨੇ ਟਵੀਟ ਕੀਤਾ, "ਸਾਨੂੰ ਸਖਤ ਕਾਰਵਾਈ ਦੀ ਜ਼ਰੂਰਤ ਹੈ ਅਤੇ ਸਾਨੂੰ ਹੁਣ ਇਹ ਫੈਸਲਾ ਲੈਣ ਦੀ ਲੋੜ ਹੈ।" ਇਸ ਟਵੀਟ ਵਿੱਚ ਸ਼ਨੀਵਾਰ ਨੂੰ ਹਮਾਸ ਦੇ ਹਮਲਿਆਂ ਦੇ ਸ਼ੁਰੂ ਹੋਣ ਤੋਂ ਬਾਅਦ ਇਜ਼ਰਾਈਲ ਲਈ ਯੂਰੋਪੀਅਨ ਯੂਨੀਅਨ ਦੇ ਸਮਰਥਨ ਦੇ ਸਖਤ ਸ਼ਬਦਾਂ ਨੂੰ ਵੀ ਰੇਖਾਂਕਿਤ ਕੀਤਾ, ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਇਜ਼ਰਾਈਲ ਕੋਲ ਹੁਣ ਅੰਤਰਰਾਸ਼ਟਰੀ ਕਾਨੂੰਨ ਦੀਆਂ ਸੀਮਾਵਾਂ ਦੇ ਅੰਦਰ ਆਪਣਾ ਬਚਾਅ ਕਰਨ ਦਾ ਪੂਰਾ ਅਧਿਕਾਰ ਹੈ। ਵਿਕਾਸ ਸਹਾਇਤਾ ਤੇ ਵਰਹੇਲੀ ਦੁਆਰਾ ਹੈਰਾਨੀਜਨਕ ਐਲਾਨ ਯੂਰੋਪੀਅਨ ਯੂਨੀਅਨ ਦੇ ਅਧਿਕਾਰੀਆਂ ਦੁਆਰਾ ਇਸ ਗੱਲ ਤੇ ਜ਼ੋਰ ਦੇਣ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ ਕਿ ਪਹਿਲਾਂ ਹਮਾਸ ਨੂੰ ਕੋਈ ਵੀ EU ਪੈਸਾ ਨਹੀਂ ਜਾ ਰਿਹਾ ਸੀ ਅਤੇ ਇਹ ਸੰਪਰਕ 16 ਸਾਲਾਂ ਤੋਂ ਫ੍ਰੀਜ਼ ਕੀਤੇ ਗਏ ਸਨ। ਯੂਰਪੀ ਸੰਘ ਹਮਾਸ ਨੂੰ ਅੱਤਵਾਦੀ ਸਮੂਹ ਮੰਨਦਾ ਹੈ। ਇਸ ਕਦਮ 'ਚ ਹੋਰ ਕੀ ਸ਼ਾਮਲ ਹੈ ਅਤੇ ਫਲਸਤੀਨੀ ਸਹਾਇਤਾ ਤੇ ਇਸ ਦਾ ਕਿੰਨਾ ਵਿਆਪਕ ਪ੍ਰਭਾਵ ਹੋਵੇਗਾ, ਇਸ ਬਾਰੇ ਪੁੱਛੇ ਗਏ ਸਵਾਲਾਂ ਦਾ ਹਾਲੇ ਜਵਾਬ ਨਹੀਂ ਦਿੱਤਾ ਗਿਆ। ਵਰਹੇਲੀ ਨੇ ਕਿਹਾ ਕਿ ਫਲਸਤੀਨੀਆਂ ਦੇ ਸਭ ਤੋਂ ਵੱਡੇ ਦਾਨੀ ਵਜੋਂ ਯੂਰੋਪੀਅਨ ਕਮਿਸ਼ਨ ਆਪਣੇ ਪੂਰੇ ਵਿਕਾਸ ਪੋਰਟਫੋਲੀਓ ਨੂੰ ਸਮੀਖਿਆ ਅਧੀਨ ਪਾ ਰਿਹਾ ਹੈ, ਜਿਸ ਦੀ ਰਕਮ 691 ਮਿਲੀਅਨ ਯੂਰੋ ਮਤਲਬ ਕਿ $730 ਮਿਲੀਅਨ ਹੈ। ਵਰਹੇਲੀ ਨੇ ਕਿਹਾ ਕਿ ਉਪਾਵਾਂ ਵਿੱਚ ਇਹ ਸ਼ਾਮਲ ਹੈ ਕਿ ਸਾਰੇ ਭੁਗਤਾਨ ਤੁਰੰਤ ਮੁਅੱਤਲ ਕੀਤੇ ਜਾਣ ਅਤੇ ਸਾਰੇ ਪ੍ਰੋਜੈਕਟ ਸਮੀਖਿਆ ਅਧੀਨ ਹਨ। ਸਾਰੇ ਨਵੇਂ ਬਜਟ ਪ੍ਰਸਤਾਵ ਅਗਲੇ ਨੋਟਿਸ ਤੱਕ ਮੁਲਤਵੀ ਕਰ ਦਿੱਤੇ ਗਏ ਹਨ। ਯੂਰੋਪੀਅਨ ਯੂਨੀਅਨ ਦਾ ਕਹਿਣਾ ਹੈ ਕਿ ਇਹ ਫਲਸਤੀਨੀ ਲੋਕਾਂ ਲਈ ਸਭ ਤੋਂ ਵੱਡਾ ਦਾਨੀ ਹੈ ਅਤੇ ਇਜ਼ਰਾਈਲ ਅਤੇ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਵਿਚਕਾਰ 1993 ਦੇ ਓਸਲੋ ਸ਼ਾਂਤੀ ਸਮਝੌਤੇ ਤੋਂ ਬਾਅਦ ਅੰਤਰਰਾਸ਼ਟਰੀ ਕੂਟਨੀਤੀ ਦਾ ਮਾਰਗਦਰਸ਼ਨ ਕਰਨ ਵਾਲੀ ਦੋ ਰਾਜੀ ਪਹੁੰਚ ਲਈ ਸਾਲਾਂ ਤੋਂ ਵਕਾਲਤ ਕਰ ਰਿਹਾ ਹੈ। ਯੂਰੋਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੀ ਸਥਿਤੀ ਤੇ ਚਰਚਾ ਕਰਨ ਅਤੇ ਇਹ ਨਿਰਧਾਰਤ ਕਰਨ ਲਈ ਕਿ ਕੀ ਕਾਰਵਾਈਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਮਸਕਟ ਓਮਾਨ ਵਿੱਚ ਮੀਟਿੰਗ ਕਰਨ ਵਾਲੇ ਹਨ। ਵਰਹੇਲੀ ਦੇ ਐਲਾਨ ਤੋਂ ਬਾਅਦ ਚਰਚਾਵਾਂ ਅੱਗੇ ਵਧਦੀਆਂ ਜਾਪਦੀਆਂ ਹਨ। ਵਰਹੇਲੀ ਨੇ ਕਿਹਾ ਕਿ ਆਮ ਵਾਂਗ ਕੋਈ ਕਾਰੋਬਾਰ ਨਹੀਂ ਹੋ ਸਕਦਾ। ਸ਼ਾਂਤੀ, ਸਹਿਨਸ਼ੀਲਤਾ ਅਤੇ ਸਹਿ ਹੋਂਦ ਦੀਆਂ ਬੁਨਿਆਦਾਂ ਨੂੰ ਹੁਣ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ। ਨਫ਼ਰਤ, ਹਿੰਸਾ ਅਤੇ ਦਹਿਸ਼ਤ ਦੀ ਵਡਿਆਈ ਨੂੰ ਉਕਸਾਏ ਜਾਣ ਨੇ ਬਹੁਤ ਸਾਰੇ ਲੋਕਾਂ ਦੇ ਮਨਾਂ ਨੂੰ ਜ਼ਹਿਰ ਦਿੱਤਾ ਹੈ। ਜਾਣਕਾਰੀ ਮੁਤਾਬਕ ਲੰਘੇ ਸੋਮਵਾਰ ਨੂੰ ਇੱਕ ਪਹਿਲਾਂ ਦੀ ਬਰੀਫਿੰਗ ਦੇ ਦੌਰਾਨ ਯੂਰੋਪੀਅਨ ਕਮਿਸ਼ਨ ਨੇ ਹਮਾਸ, ਜਿਸ ਨੂੰ ਇਹ ਇੱਕ ਅੱਤਵਾਦੀ ਸੰਗਠਨ ਮੰਨਦਾ ਹੈ, ਅਤੇ ਫਲਸਤੀਨੀ ਲੋਕਾਂ ਜਿਨ੍ਹਾਂ ਨੂੰ ਮਾਨਵਤਾਵਾਦੀ ਸਹਾਇਤਾ ਦੀ ਲੋੜ ਹੈ ਵਿਚਕਾਰ ਇੱਕ ਸਪਸ਼ਟ ਲਾਈਨ ਖਿੱਚਣ ਦੀ ਕੋਸ਼ਿਸ਼ ਕੀਤੀ। ਬਲੌਗ ਦੇ ਅਨੁਸਾਰ ਇਸ ਨੇ ਯੂਰੋਪੀਅਨ ਕਮਿਸ਼ਨ ਦੇ ਮਾਨਵਤਾਵਾਦੀ ਸਹਾਇਤਾ ਵਿਭਾਗ ਅਤੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਲਈ ਸੰਯੁਕਤ ਰਾਸ਼ਟਰ ਦਫ਼ਤਰ ਦੁਆਰਾ 2000 ਤੋਂ ਫਲਸਤੀਨੀਆਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਦਦ ਲਈ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਹੈ। ਸਾਲ 2000 ਤੋਂ ECHO ਨੇ ਗਾਜ਼ਾ ਪੱਟੀ ਅਤੇ ਵੈਸਟ ਬੈਂਕ ਵਿੱਚ ਫਲਸਤੀਨੀਆਂ ਨੂੰ 700 ਮਿਲੀਅਨ ਯੂਰੋ ਦੀ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕੀਤੀ ਹੈ। ਯੂਰੋਪੀਅਨ ਕਮਿਸ਼ਨ ਵਾਂਗ ਵਿਕਾਸ ਮੰਤਰੀ ਸਵੇਨਾਜ਼ਾ ਸ਼ੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਜਰਮਨੀ ਨੇ ਇਸ ਗੱਲ ਦਾ ਬਹੁਤ ਧਿਆਨ ਰੱਖਿਆ ਹੈ ਕਿ ਫਲਸਤੀਨੀਆਂ ਲਈ ਉਸ ਦੀ ਸਹਾਇਤਾ ਸ਼ਾਂਤੀ ਦੀ ਸੇਵਾ ਕਰਦੀ ਹੈ, ਨਾ ਕਿ ਅੱਤਵਾਦੀਆਂ ਦੀ। ਪਰ ਇਜ਼ਰਾਈਲ ਤੇ ਇਹ ਹਮਲੇ ਇੱਕ ਭਿਆਨਕ ਵਾਟਰਸ਼ੈਡ ਹਨ, ਇਸ ਲਈ ਅਸੀਂ ਫਲਸਤੀਨੀ ਖੇਤਰਾਂ ਲਈ ਆਪਣੀ ਪੂਰੀ ਵਚਨਬੱਧਤਾ ਦੀ ਸਮੀਖਿਆ ਕਰਾਂਗੇ। ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਹਮਾਸ ਲੜਾਕਿਆਂ ਦੁਆਰਾ ਇਜ਼ਰਾਈਲ ਵਿੱਚ ਇੱਕ ਜਾਨਲੇਵਾ ਘੁਸਪੈਠ ਤੋਂ ਬਾਅਦ ਗਾਜ਼ਾ ਪੱਟੀ ਤੇ ਪੂਰੀ ਤਰ੍ਹਾਂ ਘੇਰਾਬੰਦੀ ਕਰਨ ਦਾ ਆਦੇਸ਼ ਦਿੱਤਾ ਹੈ, ਜਿਸ ਨੂੰ ਦੇਸ਼ ਦੇ ਸੰਯੁਕਤ ਰਾਸ਼ਟਰ ਦੇ ਰਾਜਦੂਤ ਨੇ ਇਜ਼ਰਾਈਲ ਦਾ 9/11 ਹਮਲਾ ਕਰਾਰ ਦਿੱਤਾ। ਇਜ਼ਰਾਈਲ ਦੇ ਸੁਰੱਖਿਆ ਮੰਤਰੀ ਮੰਡਲ ਨੇ ਐਤਵਾਰ ਨੂੰ ਰਸਮੀ ਤੌਰ ਤੇ ਜੰਗ ਦੀ ਸਥਿਤੀ ਦਾ ਐਲਾਨ ਕੀਤਾ ਅਤੇ ਸ਼ਨੀਵਾਰ ਦੇ ਅਚਾਨਕ ਹਮਲੇ ਲਈ ਹਮਾਸ ਦੇ ਖਿਲਾਫ ਜਵਾਬੀ ਕਾਰਵਾਈ ਲਈ ਮਹੱਤਵਪੂਰਨ ਫੌਜੀ ਕਦਮਾਂ ਲਈ ਹਰੀ ਝੰਡੀ ਦਿੱਤੀ। ਦੋਵਾਂ ਪਾਸਿਆਂ ਤੋਂ 1100 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਜ਼ਖਮੀ ਹੋਏ ਹਨ। ਰੱਖਿਆ ਮੰਤਰੀ ਦਾ ਐਲਾਨ ਸੋਮਵਾਰ ਨੂੰ ਉਦੋਂ ਹੋਇਆ ਜਦੋਂ ਇਜ਼ਰਾਈਲ ਦੀ ਫੌਜ ਨੇ ਹਮਾਸ ਦੇ ਲੜਾਕਿਆਂ ਲਈ ਦੇਸ਼ ਦੇ ਦੱਖਣ ਵਿੱਚ ਘੇਰਾਬੰਦੀ ਕੀਤੀ ਅਤੇ ਗਾਜ਼ਾ ਨੂੰ ਹਵਾ ਤੋਂ ਗੋਲੀਬਾਰੀ ਕਰਦੇ ਹੋਏ ਟੈਂਕਾਂ ਨਾਲ ਆਪਣੀ ਸਰਹੱਦੀ ਬਾੜ ਵਿੱਚ ਉਲੰਘਣਾ ਕੀਤੀ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਕਿਹਾ ਕਿ ਅਧਿਕਾਰੀ ਗਾਜ਼ਾ ਲਈ ਬਿਜਲੀ ਕੱਟ ਦੇਣਗੇ ਅਤੇ ਭੋਜਨ ਅਤੇ ਬਾਲਣ ਦੇ ਦਾਖਲੇ ਨੂੰ ਰੋਕ ਦੇਣਗੇ। ਇੱਕ ਬੁਲਾਰੇ ਨੇ ਕਿਹਾ ਕਿ ਇਜ਼ਰਾਈਲੀ ਫੌਜ ਨੇ ਹਮਲੇ ਦੌਰਾਨ ਹਮਾਸ ਲੜਾਕਿਆਂ ਦੁਆਰਾ ਕਬਜ਼ੇ ਵਿੱਚ ਲਏ ਗਏ ਸਰਹੱਦੀ ਭਾਈਚਾਰਿਆਂ ਤੇ ਮੁੜ ਕਬਜ਼ਾ ਕਰ ਲਿਆ ਹੈ, ਪਰ ਫਲਸਤੀਨੀ ਅੱਤਵਾਦੀਆਂ ਨੇ ਯਰੂਸ਼ਲਮ ਅਤੇ ਟੈਲ ਅਵੀਵ ਵਿੱਚ ਹਵਾਈ ਹਮਲੇ ਦੇ ਸਾਇਰਨ ਵਜਾਉਂਦੇ ਹੋਏ ਰੌਕਟਾਂ ਦੇ ਬੈਰਾਜਾਂ 'ਚ ਗੋਲੀਬਾਰੀ ਜਾਰੀ ਰੱਖੀ।
ਇਜ਼ਰਾਈਲ ਅਤੇ ਮਿਸਰ ਨੇ 2007 ਵਿੱਚ ਵਿਰੋਧੀ ਫਿਲਿਸਤੀਨੀ ਫੌਜਾਂ ਤੋਂ ਹਮਾਸ ਦੀ ਸੱਤਾ ਹਥਿਆਉਣ ਤੋਂ ਬਾਅਦ ਗਾਜ਼ਾ ਤੇ ਵੱਖ-ਵੱਖ ਪੱਧਰਾਂ ਦੀ ਨਾਕਾਬੰਦੀ ਲਗਾ ਦਿੱਤੀ ਹੈ। ਇੱਕ ਫੌਜੀ ਬੁਲਾਰੇ ਨੇ ਕਿਹਾ ਕਿ ਇਹ ਇਜ਼ਰਾਈਲ ਦੇ ਕਈ ਟੀਚਿਆਂ ਵਿੱਚੋਂ ਇੱਕ ਹੈ ਕਿਉਂਕਿ ਉਹ ਹਮਾਸ ਦੇ ਲੜਾਕਿਆਂ ਨਾਲ ਲੜ ਰਿਹਾ ਹੈ, ਜਿਸ ਦੇ ਨਾਲ-ਨਾਲ ਗਾਜ਼ਾ ਪੱਟੀ ਵਿੱਚ ਅੱਤਵਾਦੀ ਸਮੂਹ ਨੂੰ ਸੱਤਾ ਤੋਂ ਹਟਾਉਣਾ ਸ਼ਾਮਲ ਹੈ। ਜੋਨਾਥਨ ਕੌਨਰਿਕਸ ਨੇ ਇਹ ਬਿਆਨ ਐਕਸ ਤੇ, ਜੋ ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਸੀ, ਉਸ ਦੀ ਇੱਕ ਪੋਸਟ ਵਿੱਚ ਦਿੱਤਾ, ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਕੌਨਰਿਕਸ ਦੇ ਸ਼ਬਦ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਸ਼ਬਦਾਂ ਨਾਲੋਂ ਵੀ ਅੱਗੇ ਦੀ ਤਿਆਰੀ ਬਾਰੇ ਦੱਸ ਰਹੇ ਹਨ। ਜ਼ਿਕਰਯੋਗ ਹੈ ਕਿ ਨੇਤਨਯਾਹੂ ਨੇ ਲੰਘੇ ਐਤਵਾਰ ਨੂੰ ਕਿਹਾ ਕਿ ਉਹਨਾਂ ਦੀ ਸੁਰੱਖਿਆ ਮੰਤਰੀ ਮੰਡਲ ਨੇ ਹਮਾਸ ਦੇ ਸ਼ਾਸਨ ਕਰਨ ਦੀ ਸਮਰੱਥਾ ਨੂੰ ਇਸ ਤਰੀਕੇ ਨਾਲ ਨਸ਼ਟ ਕਰਨ ਦਾ ਫੈਸਲਾ ਕੀਤਾ ਹੈ, ਜਿਸ ਕਰਕੇ ਇਜ਼ਰਾਈਲੀ ਨਾਗਰਿਕਾਂ ਲਈ ਖਤਰਾ ਬਣਿਆ ਹੋਇਆ ਹੈ। ਕੌਨਰਿਕਸ ਨੇ ਕਿਹਾ ਕਿ ਸ਼ਨੀਵਾਰ ਨੂੰ ਇਜ਼ਰਾਈਲ ਤੇ ਸ਼ੁਰੂਆਤੀ ਘਾਤਕ ਹਮਲੇ ਵਿੱਚ 1000 ਹਮਾਸ ਅੱਤਵਾਦੀਆਂ ਨੇ ਹਿੱਸਾ ਲਿਆ। ਕੌਨਰਿਕਸ ਨੇ ਕਿਹਾ, ਇਹ ਇਜ਼ਰਾਈਲ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਭੈੜਾ ਦਿਨ ਹੈ। ਇਜ਼ਰਾਈਲੀ ਫੌਜ ਨੇ ਪੁਸ਼ਟੀ ਕੀਤੀ ਹੈ ਕਿ ਕਾਫੀ ਲੋਕਾਂ ਨੂੰ ਅਗਵਾ ਕੀਤਾ ਗਿਆ ਸੀ। ਸਰਕਾਰੀ ਬਿਆਨਾਂ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਇਹ ਗਿਣਤੀ 100 ਤੋਂ ਵੱਧ ਹੈ। ਕੈਨੇਡੀਅਨਸ ਨੂੰ ਵੀ ਅਗਵਾ ਕੀਤੇ ਗਏ ਲੋਕਾਂ ਵਿੱਚ ਮੰਨਿਆ ਜਾ ਰਿਹਾ ਹੈ। ਸਾਬਕਾ ਫੈਡਰਲ ਨਿਆਂ ਮੰਤਰੀ ਇਰਵਿਨ ਕੋਟਲਰ ਨੇ ਟਵੀਟ ਕੀਤਾ ਕਿ ਇੱਕ ਸਤਿਕਾਰਤ ਮਾਨਵਤਾਵਾਦੀ ਅਤੇ ਸ਼ਾਂਤੀ ਲਈ ਵਕੀਲ ਵਿਵੀਅਨ ਸਿਲਵਰ ਵਿਨੀਪੈਗ ਤੋਂ ਬੰਦਕਾਂ ਵਿੱਚੋਂ ਇੱਕ ਹਨ, ਜਦੋਂ ਕਿ ਵੈਨਕੂਵਰ ਹਾਈ ਸਕੂਲ ਦੇ ਪ੍ਰਬੰਧਕ ਇੱਕ ਸਾਬਕਾ ਵਿਦਿਆਰਥੀ ਬਾਰੇ ਚਿੰਤਤ ਹਨ। ਇਜ਼ਰਾਈਲ ਅਤੇ ਯਹੂਦੀ ਮਾਮਲਿਆਂ ਦੇ ਕੇਂਦਰ ਨੇ ਪੁਸ਼ਟੀ ਕੀਤੀ ਕਿ ਹਾਈ ਸਕੂਲ ਸੰਦੇਸ਼ ਸਹੀ ਹੈ ਅਤੇ ਮਿਜ਼ਰਾਜੀ ਅਜੇ ਵੀ ਲਾਪਤਾ ਹੈ। ਕੇਂਦਰ ਨੇ ਕਿਹਾ ਕਿ ਪਰਿਵਾਰ ਇਸ ਸਮੇਂ ਗੋਪਨੀਯਤਾ ਦੀ ਮੰਗ ਕਰ ਰਿਹਾ ਹੈ। ਸ਼ਨੀਵਾਰ ਦੇ ਹਮਲੇ ਤੋਂ ਬਾਅਦ ਸੁਰੱਖਿਆ ਮਾਹਰਾਂ ਦੁਆਰਾ ਇਸ ਬਾਰੇ ਸਵਾਲ ਵੀ ਉਠਾਏ ਗਏ ਹਨ, ਜਿਸ ਨੂੰ ਕੁਝ ਲੋਕਾਂ ਨੇ ਇੱਕ ਵੱਡੀ ਖੁਫੀਆ ਸਫਲਤਾ ਕਿਹਾ ਹੈ। CNN ਅਤੇ BBC ਦੋਵਾਂ ਨੇ ਅਮਰੀਕੀ ਅਤੇ ਇਜ਼ਰਾਈਲੀ ਖੁਫੀਆ ਅਤੇ ਸੁਰੱਖਿਆ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਸਪਸ਼ਟ ਨਹੀਂ ਹੈ ਕਿ ਹਮਲੇ ਦਾ ਪਹਿਲਾ ਪਤਾ ਕਿਵੇਂ ਨਹੀਂ ਲਗਾਇਆ ਗਿਆ ਤੇ ਕਿਵੇਂ ਨਹੀਂ ਰੋਕਿਆ ਗਿਆ। ਹਮਾਸ ਦੇ ਵੱਡੇ ਹਮਲੇ ਤੋਂ ਬਾਅਦ ਇਜ਼ਰਾਈਲ ਨੇ ਯੁੱਧ ਦਾ ਐਲਾਨ ਕੀਤਾ, ਜਿਸ ਤੋਂ ਬਾਅਦ ਪ੍ਰਮੁੱਖ ਏਅਰਲਾਈਨਾਂ ਨੇ ਇਜ਼ਰਾਈਲ ਲਈ ਉਡਾਨਾਂ ਨੂੰ ਮੁਅੱਤਲ ਕਰ ਦਿੱਤਾ ਹੈ। ਅਮਰੀਕੀ ਏਅਰਲਾਈਨਸ, ਯੂਨਾਈਟਿਡ ਏਅਰਲਾਈਨਸ ਅਤੇ ਡੈਲਟਾ ਏਅਰਲਾਈਨਸ ਨੇ ਸੇਵਾ ਮੁਅੱਤਲ ਕਰ ਦਿੱਤੀ ਹੈ ਕਿਉਂਕਿ ਅਮਰੀਕੀ ਵਿਦੇਸ਼ ਵਿਭਾਗ ਨੇ ਅੱਤਵਾਦ ਅਤੇ ਨਾਗਰਿਕ ਅਸ਼ਾਂਤੀ ਦੀ ਸੰਭਾਵਨਾ ਦਾ ਹਵਾਲਾ ਦਿੰਦੇ ਹੋਏ ਖੇਤਰ ਲਈ ਯਾਤਰਾ ਸਲਾਹ ਜਾਰੀ ਕੀਤੀ। ਅਮਰੀਕਾ ਨੇ ਸ਼ੁੱਕਰਵਾਰ ਤੱਕ ਟੈਲ ਅਵੀਵ ਲਈ ਸੇਵਾ ਮੁਅੱਤਲ ਕਰ ਦਿੱਤੀ ਹੈ। ਏਅਰਲਾਈਨ ਨੇ ਕਿਹਾ ਕਿ ਉਸਨੇ ਇੱਕ ਯਾਤਰਾ ਚੇਤਾਵਨੀ ਜਾਰੀ ਕੀਤੀ ਹੈ, ਜੋ ਉਹਨਾਂ ਗਾਹਕਾਂ ਲਈ ਵਾਧੂ ਜਾਣਕਾਰੀ ਪ੍ਰਦਾਨ ਕਰਦੀ ਹੈ ਜਿਨ੍ਹਾਂ ਦੀ ਯਾਤਰਾ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਏਅਰਲਾਈਨ ਨੇ ਕਿਹਾ ਕਿ ਅਸੀਂ ਸੁਰੱਖਿਆ ਅਤੇ ਸੁਰੱਖਿਆ ਦੇ ਸਿਖਰ ਦੇ ਨਾਲ ਸਥਿਤੀ ਦੀ ਨਿਗਰਾਨੀ ਕਰਨਾ ਜਾਰੀ ਰੱਖਦੇ ਹਾਂ ਅਤੇ ਲੋੜ ਪੈਣ ਤੇ ਆਪਣੇ ਕੰਮ ਨੂੰ ਵਿਵਸਥਿਤ ਕਰਾਂਗੇ। ਇਸ ਦੇ ਨਾਲ ਹੀ ਯੂਨਾਈਟਿਡ ਨੇ ਕਿਹਾ ਕਿ ਇਸਨੇ ਸ਼ਨੀਵਾਰ ਦੇਰ ਅਤੇ ਐਤਵਾਰ ਦੇ ਸ਼ੁਰੂ ਵਿੱਚ ਟੈਲ ਅਵੀਵ ਤੋਂ 2 ਨਿਰਧਾਰਿਤ ਉਡਾਨਾਂ ਦੀ ਆਗਿਆ ਦਿੱਤੀ ਹੈ ਤੇ ਇਸ ਦੇ ਗਾਹਕਾਂ, ਚਾਲਕ ਦਲ ਅਤੇ ਕਰਮਚਾਰੀ ਯਾਤਰੀਆਂ ਨੂੰ ਅਨੁਕੂਲਿਤ ਕੀਤਾ ਜੋ ਹਵਾਈ ਅੱਡੇ ਤੇ ਮੌਜੂਦ ਸਨ। ਏਅਰਲਾਈਨ ਨੇ ਕਿਹਾ ਕਿ ਉਸ ਦੀਆਂ ਟੈਲ ਅਵੀਵ ਦੀਆਂ ਉਡਾਨਾਂ ਹਾਲਾਤ ਵਿੱਚ ਸੁਧਾਰ ਹੋਣ ਤੱਕ ਮੁਅੱਤਲ ਰਹਿਣਗੀਆਂ। ਡੈਲਟਾ ਨੇ ਕਿਹਾ ਕਿ ਇਸ ਦੀਆਂ ਟੈਲ ਅਵੀਵ ਉਡਾਨਾਂ ਨੂੰ ਇਸ ਹਫ਼ਤੇ ਰੱਦ ਕਰ ਦਿੱਤਾ ਗਿਆ ਹੈ। ਏਅਰਲਾਈਨ ਨੇ ਕਿਹਾ ਕਿ ਉਹ ਸਥਿਤੀ ਤੇ ਨਜ਼ਰ ਰੱਖ ਰਹੀ ਹੈ ਅਤੇ ਉਸ ਦੇ ਮੁਤਾਬਿਕ ਸਮਾਂ ਸਾਰਣੀ ਨੂੰ ਐਡਜਸਟ ਕਰ ਰਹੀ ਹੈ। ਕੰਪਨੀ ਨੇ ਕਿਹਾ ਕਿ ਰੱਦ ਕੀਤੀਆਂ ਉਡਾਨਾਂ ਵਾਲੇ ਗਾਹਕ ਜਾਂ ਜੋ ਆਪਣੀ ਟੈਲ ਅਵੀਵ ਟਿਕਟ ਬਦਲਣਾ ਚਾਹੁੰਦੇ ਹਨ, ਉਹਨਾਂ ਨੂੰ ਡੈਲਟਾ ਐਪ ਵੈਬਸਾਈਟ ਜਾਂ ਡੈਲਟਾ ਰਿਜ਼ਰਵੇਸ਼ਨ ਨੂੰ ਦੇਖਣ ਲਈ ਐਡਜਸਟਮੈਂਟ ਕਰਨ ਲਈ ਕਾਲ ਕਰਨੀ ਪਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਖਬਰ ਉਦੋਂ ਆਈ ਹੈ ਜਦੋਂ ਦੁਨੀਆ ਭਰ ਵਿੱਚ ਤਣਾਅ ਵਧ ਰਿਹਾ ਹੈ ਅਤੇ ਅਧਿਕਾਰੀਆਂ ਨੇ ਈਰਾਨ ਤੋਂ ਆਏ ਇੱਕ ਜਹਾਜ਼ ਨੂੰ ਧਮਕੀ ਮਿਲਣ ਤੋਂ ਬਾਅਦ ਸੋਮਵਾਰ ਨੂੰ ਹੈਮਬਰਗ ਹਵਾਈ ਅੱਡੇ ਤੋਂ ਆਉਣ ਅਤੇ ਜਾਣ ਵਾਲੀਆਂ ਉਡਾਨਾਂ ਨੂੰ ਲਗਭਗ 1.5 ਘੰਟੇ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਜਰਮਨ ਨਿਊਜ਼ ਏਜੰਸੀ DPA ਨੇ ਰਿਪੋਰਟ ਦਿੱਤੀ ਕਿ ਉੱਤਰੀ ਜਰਮਨੀ ਦੇ ਹਵਾਈ ਅੱਡੇ ਤੇ ਟੇਕ ਆਫ ਅਤੇ ਲੈਂਡਿੰਗ ਨੂੰ 12:40 ਵਜੇ ਜਾਂ ਲਗਭਗ 6:40 ਵਜੇ ਪੂਰਬੀ ਤੇ ਰੋਕ ਦਿੱਤਾ ਗਿਆ ਸੀ ਅਤੇ ਕੁਝ ਆਉਣ ਵਾਲੀਆਂ ਉਡਾਨਾਂ ਨੂੰ ਹੋਰ ਥਾਵਾਂ ਦੇ ਨਾਲ ਹੈਨੋਵਰ ਵੱਲ ਮੋੜ ਦਿੱਤਾ ਗਿਆ ਸੀ। ਸੰਚਾਲਨ ਬਾਅਦ ਵਿੱਚ ਮੁੜ ਸ਼ੁਰੂ ਹੋਇਆ। ਹਾਲਾਂਕਿ ਹਵਾਈ ਅੱਡੇ ਨੇ ਆਪਣੀ ਵੈਬਸਾਈਟ ਤੇ ਚੇਤਾਵਨੀ ਦਿੱਤੀ ਸੀ ਕਿ ਦੇਰੀ ਅਜੇ ਵੀ ਸੰਭਵ ਹੈ। ਫੈਡਰਲ ਪੁਲਿਸ ਨੇ ਕਿਹਾ ਕਿ ਉਹਨਾਂ ਨੂੰ ਸੋਮਵਾਰ ਸਵੇਰੇ ਤਹਿਰਾਨ ਹੈਮਬਰਗ ਫਲਾਈਟ ਤੇ ਹਮਲੇ ਦੀ ਈਮੇਲ ਧਮਕੀ ਮਿਲੀ ਸੀ ਅਤੇ ਉਹ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਸਨ। ਹਾਲਾਂਕਿ ਉਹਨਾਂ ਨੇ ਵੇਰਵੇ ਨਹੀਂ ਦਿੱਤੇ। ਜਹਾਜ਼ ਦੁਪਹਿਰ 12:30 ਦੇ ਹੈਮਬਰਗ 'ਚ ਉਤਰਿਆ, ਜਿਸ 'ਚੋਂ 198 ਯਾਤਰੀਆਂ ਅਤੇ ਚਾਲਕ ਦਲ ਦੇ 16 ਮੈਂਬਰ ਦੀ ਸੁਰੱਖਿਆ ਜਾਂਚ ਕੀਤੀ ਗਈ ਅਤੇ ਜਹਾਜ਼ ਤੇ ਮੌਜੂਦ ਸਮਾਨ ਦੀ ਤਲਾਸ਼ੀ ਲਈ ਗਈ। ਉਹਨਾਂ ਜਾਂਚਾਂ ਦੇ ਨਤੀਜਿਆਂ ਤੇ ਕੋਈ ਤੁਰੰਤ ਅਪਡੇਟ ਨਹੀਂ ਮਿਲੀ ਸੀ। ਟੋਰਾਂਟੋ ਦੇਰ ਰਾਤ ਕੋਲਿੰਸ ਰੋਡ ਅਤੇ ਚੈਲੰਜਰ ਕੋਰਟ ਏਰੀਆ ਵਿੱਚ 2 ਵਾਹਨਾਂ ਵਿਚਾਲੇ ਟੱਕਰ ਹੋਈ, ਜਿਸ ਵਿੱਚ ਇੱਕ 65 ਸਾਲਾ ਦੇ ਡਰਾਈਵਰ ਨੂੰ ਜਾਨਲੇਵਾ ਸੱਟਾਂ ਲੱਗੀਆਂ ਅਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਘਟਨਾ ਦੀ ਜਾਣਕਾਰੀ ਟੋਰਾਂਟੋ ਪੁਲਿਸ ਵੱਲੋਂ ਦਿੱਤੀ ਗਈ ਹੈ। ਪੁਲਿਸ ਨੇ ਦੱਸਿਆ ਕਿ ਇੱਕ ਹੋਂਡਾ SUV ਚੈਲੰਜਰ ਕੋਰਟ ਏਰੀਆ ਦੇ ਕੋਲ ਕੋਲਿੰਸ ਰੋਡ ਤੇ ਉੱਤਰ ਵੱਲ ਜਾ ਰਹੀ ਸੀ ਜਦੋਂ ਇਹ ਕੋਲਿੰਸ ਰੋਡ ਤੇ ਖੜੀ ਇੱਕ ਬੇਕਾਬੂ ਮਾਜ਼ਰਾਟੀ SUV ਨਾਲ ਟਕਰਾ ਗਈ। ਹੋਂਡਾ ਡਰਾਈਵਰ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਜਾਇਆ ਗਿਆ। ਹਾਦਸੇ ਦਾ ਕਾਰਨ ਕੀ ਹੋ ਸਕਦਾ ਹੈ, ਇਸ ਬਾਰੇ ਹਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਮਾਮਲੇ 'ਚ ਪੁਲਿਸ ਵੱਲੋਂ ਉਸ ਏਰੀਆ ਜਾਂ ਘਟਨਾ ਦੀ ਵੀਡੀਓ ਫੁਟੇਜ ਵਾਲੇ ਕਿਸੇ ਵੀ ਵਿਅਕਤੀ ਨੂੰ ਜਾਂਚਕਰਤਾਵਾਂ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ। ਦੱਖਣ ਪੂਰਬੀ ਮੈਨੀਟੋਬਾ ਦੇ 2 ਆਦਮੀ ਉੱਤਰ ਪੱਛਮੀ ਓਨਟਾਰੀਓ ਵਿੱਚ ਫੜੇ ਜਾਣ ਤੋਂ ਬਾਅਦ ਹਥਿਆਰਾਂ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਜੋ ਕਿ ਇੱਕ ਸਮੂਹ ਵਿੱਚ ਸ਼ਾਮਲ ਹਨ।
ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਰੇਲਵੇ ਟਾਊਨਸ਼ਿਪ ਵਿੱਚ ਹਾਈਵੇ 17 ਤੇ ਇੱਕ ਵਾਹਨ ਨੂੰ ਸਟੰਟ ਡਰਾਈਵਿੰਗ ਲਈ ਰੋਕਿਆ ਸੀ। OPP ਦੀ ਇੱਕ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਕਿ ਵਾਹਨ ਦੀ ਤਲਾਸ਼ੀ ਲੈਣ ਤੋਂ ਪਤਾ ਲੱਗਿਆ ਕਿ ਸਵਾਰੀਆਂ ਕੋਲ ਇੱਕ ਲੋਡਡ ਹੈਂਡਗਨ ਸੀ। ਮੈਨੀਟੋਬਾ ਦੇ 2 ਆਦਮੀ ਲਾ ਬਰੋਕਰੀ ਤੋਂ ਇੱਕ 23 ਸਾਲਾ ਅਤੇ ਬਲੂ ਮੈਨਰੋਟ ਤੋਂ ਇੱਕ 25 ਸਾਲਾ ਅਤੇ ਐਡਮਿੰਟਨ ਦੇ 2 ਆਦਮੀ 19 ਅਤੇ 22 ਸਾਲ ਦੀ ਉਮਰ ਦੇ ਹਥਿਆਰਾਂ ਨਾਲ ਸੰਬੰਧਿਤ ਕਈ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਇਹ ਵਿਅਕਤੀ ਹਿਰਾਸਤ ਵਿੱਚ ਹਨ ਅਤੇ ਓਨਟਾਰੀਓ ਦੀ ਇੱਕ ਅਦਾਲਤ ਵਿੱਚ ਪੇਸ਼ ਹੋਣਗੇ। ਇਸ ਮਾਮਲੇ 'ਚ ਅਜੇ ਪੁਲਿਸ ਵੱਲੋਂ ਹੋਰ ਜਾਂਚ ਕੀਤੀ ਜਾ ਰਹੀ ਹੈ। ਹਮਾਸ ਦੇ ਇਜ਼ਰਾਈਲ ਤੇ ਹਮਲੇ ਤੋਂ ਬਾਅਦ ਕੁਝ ਕੈਨੇਡੀਅਨਸ ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਕਹਿ ਰਹੇ ਹਨ ਕਿ ਉਹ ਇਸ ਮਾਰੂ ਲੜਾਈ ਦੇ ਦੌਰਾਨ ਇਜ਼ਰਾਈਲ ਵਿੱਚ ਫਸ ਗਏ ਸਨ ਕਿਉਂਕਿ 에ਅਰਲਾਈਨਾਂ ਨੇ ਦੇਸ਼ ਤੋਂ ਬਾਹਰ ਉਡਾਨਾਂ ਰੱਦ ਕਰ ਦਿੱਤੀਆਂ ਸਨ ਅਤੇ ਛੁੱਟੀ ਵਾਲੇ ਵੀਕਐਂਡ ਤੇ ਕੈਨੇਡੀਅਨ ਦੂਤਾਵਾਸ ਤੱਕ ਪਹੁੰਚਣਾ ਮੁਸ਼ਕਿਲ ਸਾਬਤ ਹੋਇਆ ਸੀ। ਇਸ ਦੌਰਾਨ ਗਲੋਬਲ ਅਫੇਅਰਸ ਕੈਨੇਡਾ ਨੇ ਲੰਘੇ ਐਤਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਉਹ ਲੜਾਈ ਵਿੱਚ ਮਾਰੇ ਗਏ ਇੱਕ ਕੈਨੇਡੀਅਨ ਦੀ ਅਤੇ 2 ਹੋਰ ਲਾਪਤਾ ਹੋਣ ਦੀਆਂ ਰਿਪੋਰਟਾਂ ਤੋਂ ਜਾਣੂ ਸੀ। ਬਿਆਨ ਵਿੱਚ ਕਥਿਤ ਤੌਰ ਤੇ ਮਰਨ ਵਾਲੇ ਕੈਨੇਡੀਅਨ ਜਾਂ ਹੋਰ ਜੋ ਲਾਪਤਾ ਸਨ ਦੀ ਪਛਾਣ ਬਾਰੇ ਕੋਈ ਹੋਰ ਜਾਣਕਾਰੀ ਸ਼ਾਮਲ ਨਹੀਂ ਕੀਤੀ ਗਈ ਸੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਵਿੱਚ ਕੈਨੇਡੀਅਨ ਸਰਕਾਰੀ ਅਧਿਕਾਰੀ ਪੁਸ਼ਟੀ ਕਰਨ ਅਤੇ ਵਾਧੂ ਜਾਣਕਾਰੀ ਇਕੱਠੀ ਕਰਨ ਲਈ ਸਥਾਨਕ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਕੈਨੇਡਾ ਦੀ ਸਰਕਾਰ ਦੀ ਪਹਿਲੀ ਤਰਜੀਹ ਹਮੇਸ਼ਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਹੁੰਦੀ ਹੈ। ਇਸ ਕਾਰਨ ਕਰਕੇ ਅਸੀਂ ਕਿਸੇ ਵੀ ਅਜਿਹੀ ਜਾਣਕਾਰੀ ਤੇ ਟਿੱਪਣੀ ਜਾਂ ਬਿਆਨ ਜਾਰੀ ਨਹੀਂ ਕਰਾਂਗੇ ਜਿਸ ਨਾਲ ਚੱਲ ਰਹੇ ਯਤਨਾਂ ਨਾਲ ਸਮਝੌਤਾ ਹੋ ਸਕਦਾ ਹੈ ਜਾਂ ਕੈਨੇਡੀਅਨਸ ਦੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲੰਘੇ ਐਤਵਾਰ ਨੂੰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਗੱਲ ਕੀਤੀ, ਜਿੱਥੇ ਉਹਨਾਂ ਨੇ ਹਮਾਸ ਦੇ ਹਮਲਿਆਂ ਦੀ ਸਪਸ਼ਟ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਅਤਿਆਚਾਰ ਬਾਰੇ ਗੰਭੀਰ ਚਿੰਤਤ ਹਨ। ਟਰੂਡੋ ਨੇ ਮੁੜ ਪੁਸ਼ਟੀ ਕੀਤੀ ਕਿ ਕੈਨੇਡਾ ਇਜ਼ਰਾਈਲ ਦੇ ਨਾਲ ਖੜਾ ਹੈ ਅਤੇ ਆਪਣੀ ਰੱਖਿਆ ਕਰਨ ਦੇ ਇਜ਼ਰਾਈਲ ਦੇ ਅਧਿਕਾਰ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਨੇਤਾਵਾਂ ਨੇ ਸਥਿਤੀ ਦੇ ਵਿਕਾਸ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਰਹਿਣ ਲਈ ਸਹਿਮਤੀ ਦਿੱਤੀ। ਗਲੋਬਲ ਅਫੇਅਰਸ ਕੈਨੇਡਾ ਦੇ ਬੁਲਾਰੇ ਪੀਏ ਕੋਗੇਨ ਨੇ ਇੱਕ ਈਮੇਲ ਵਿੱਚ ਕਿਹਾ ਕਿ ਟੈਲ ਅਵੀਵ ਅਤੇ ਰਮਾਲਾ ਵਿੱਚ ਮਿਸ਼ਨ ਹਫ਼ਤੇ ਦੇ ਅੰਤ ਤੱਕ ਕਾਰਜਸ਼ੀਲ ਰਹੇ ਅਤੇ ਜਾਰੀ ਰਹਿਣਗੇ। ਮੌਂਟਰੀਅਲ ਅਦਾਲਤ ਡਾਕਟਰਸ ਵਿਦਆਊਟ ਬਾਰਡਰਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਗਾਜ਼ਾ ਵਿੱਚ ਉਸਦੀ ਟੀਮ ਖੇਤਰ ਵਿੱਚ ਹਸਪਤਾਲਾਂ ਅਤੇ ਸਿਹਤ ਸਹੂਲਤਾਂ ਲਈ ਦਵਾਈ ਦੇ ਦਾਨ ਦੀ ਤਿਆਰੀ ਕਰ ਰਹੀ ਹੈ ਜੋ ਜ਼ਖਮੀ ਮਰੀਜ਼ਾਂ ਨਾਲ ਭਰੇ ਹੋਏ ਹਨ ਅਤੇ ਦਵਾਈਆਂ ਅਤੇ ਜਨਰੇਟਰ ਬਾਲਣ ਦੀ ਘਾਟ ਹੈ। ਸਮੂਹ ਨੇ ਕਿਹਾ ਕਿ ਮਰੀਜ਼ਾਂ ਨੂੰ ਸਿਹਤ ਸਹੂਲਤਾਂ ਵਿੱਚ ਲਿਜਾਣ ਲਈ ਕੁਝ ਸੁਰੱਖਿਅਤ ਵਿਕਲਪ ਸਨ ਕਿਉਂਕਿ ਐਂਬੂਲੈਂਸਾਂ ਹਵਾਈ ਹਮਲਿਆਂ ਨਾਲ ਪ੍ਰਭਾਵਿਤ ਹੋ ਰਹੀਆਂ ਸਨ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਹਿੰਸਾ ਦੇ ਨਤੀਜੇ ਵਜੋਂ ਕੁਝ ਪੁਲਿਸ ਬਲਾਂ ਨੇ ਮਸਜਿਦਾਂ ਅਤੇ ਪ੍ਰਾਰਥਨਾ ਸਥਾਨਾਂ ਵਿੱਚ ਆਪਣੀ ਮੌਜੂਦਗੀ ਵਧਾ ਦਿੱਤੀ ਹੈ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਮਾਸ ਦੇ ਹਮਲਿਆਂ ਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਹੈ ਕਿ ਉਸਨੇ ਖੇਤਰ ਵਿੱਚ ਤਾਲਮੇਲ ਯਤਨਾਂ ਬਾਰੇ ਜਾਰਡਨ ਦੇ ਰਾਜਾ ਅਬਦੁੱਲਾ II ਨਾਲ ਗੱਲ ਕੀਤੀ ਸੀ। ਇਜ਼ਰਾਈਲ ਦੀ 뮤직 ਫੈਸਟੀਵਲ ਤੇ ਹੋਏ ਹਮਾਸ ਹਮਲੇ 'ਚ ਕੈਨੇਡਾ ਦੇ ਮੌਂਟਰੀਅਲ ਦੇ ਰਹਿਣ ਵਾਲੇ ਅਲੈਗਜ਼ੈਂਡਰ ਲੁਕ ਦੀ ਮੌਤ ਹੋ ਗਈ ਹੈ ਜੋ ਉਸ ਸਮੇਂ ਇਜ਼ਰਾਈਲ ਦੇ 뮤지컬 ਫੈਸਟੀਵਲ 'ਚ ਮੌਜੂਦ ਸੀ। ਇਸ ਦੀ ਪੁਸ਼ਟੀ ਅਲੈਗਜ਼ੈਂਡਰ ਲੁਕ ਦੇ ਪਰਿਵਾਰ ਨੇ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਉਹ ਗਾਜ਼ਾ ਇਜ਼ਰਾਈਲ ਸਰਹੱਦ ਦੇ ਨੇੜੇ ਇੱਕ ਪੇਂਡੂ ਖੇਤਰ ਵਿੱਚ ਇੱਕ ਸੰਗੀਤ ਸਮਾਰੋਹ ਵਿੱਚ ਹਮਾਸ ਦੁਆਰਾ ਕੀਤੇ ਗਏ ਹਮਲੇ ਦੌਰਾਨ ਇਸ ਹਫ਼ਤੇ ਦੇ ਅੰਤ ਵਿੱਚ ਮਾਰੇ ਗਏ ਲੋਕਾਂ ਵਿੱਚ ਸ਼ਾਮਲ ਸੀ। ਅਲੈਗਜ਼ੈਂਡਰ ਦੇ ਪਿਤਾ ਐਲਾਨ ਲੁਕ ਨੇ ਫੇਸਬੁੱਕ ਤੇ ਲਿਖਿਆ ਕਿ ਬਹੁਤ ਦੁੱਖ ਨਾਲ ਅਸੀਂ ਆਪਣੇ ਬੇਟੇ ਅਲੈਗਜ਼ੈਂਡਰ ਲੁਕ ਦੀ ਮੌਤ ਦਾ ਐਲਾਨ ਕਰਦੇ ਹਾਂ। ਉਹ ਸਾਨੂੰ ਅੱਜ ਇਜ਼ਰਾਈਲ ਵਿੱਚ ਇੱਕ ਅੱਤਵਾਦੀ ਹਮਲੇ ਤੋਂ ਬਾਅਦ ਛੱਡ ਕੇ ਚਲਾ ਗਿਆ। ਲੁਕ ਨੇ ਲਿਖਿਆ ਕਿ ਇੱਕ ਸੱਚੇ ਯੋਧੇ ਦੀ ਤਰ੍ਹਾਂ ਉਹ ਇੱਕ ਨਾਇਕ ਦੀ ਤਰ੍ਹਾਂ ਚਲੇ ਗਏ। ਉਹਨਾਂ ਲੋਕਾਂ ਦੀ ਰੱਖਿਆ ਕਰਨਾ ਚਾਹੁੰਦੇ ਸਨ ਜਿਨ੍ਹਾਂ ਦੇ ਨਾਲ ਉਹ ਮੌਜੂਦ ਸੀ। ਤੁਹਾਡੇ ਬਿਨਾਂ ਦੁਨੀਆ ਕਦੇ ਵੀ ਪਹਿਲਾਂ ਵਰਗੀ ਨਹੀਂ ਹੋਵੇਗੀ। ਵੈਸਟਮਾਊਂਟ ਐਜੂਕੇਸ਼ਨਲ ਸੈਂਟਰ ਦੇ ਚਾਬੜ ਨੇ ਵੀ ਇਸ ਖਬਰ ਦੀ ਪੁਸ਼ਟੀ ਫੇਸਬੁੱਕ ਤੇ ਇੱਕ ਪੋਸਟ ਰਾਹੀਂ ਕੀਤੀ। ਮੌਂਟਰੀਅਲ ਦੇ ਕੋਟ ਸੈਂਟ ਲੁਕ ਕਮਿਊਨਿਟੀ ਦੀ ਪਿਆਰੀ ਹਸਤੀ ਵਜੋਂ ਯਾਦਗਾਰੀ ਲੁਕ ਤੇ ਸ਼ਰਧਾਂਜਲੀ ਬਿਆਨ ਵਿੱਚ ਕਿਹਾ ਗਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਉਸ ਨੂੰ ਇੱਕ ਛੋਟੇ ਜਿਹੇ ਮੁੰਡੇ ਵਜੋਂ ਜਾਣਦੇ ਹਨ। ਉਸ ਦੀ ਮੁਸਕਰਾਹਟ ਇੱਕ ਕਮਰੇ ਨੂੰ ਰੋਸ਼ਨ ਕਰ ਸਕਦੀ ਸੀ ਅਤੇ ਉਸ ਦੇ ਦਿਆਲੂ ਸੁਭਾਅ ਕਰਕੇ ਉਹ ਹਰ ਕਿਸੇ ਦਾ ਦੋਸਤ ਬਣ ਜਾਂਦਾ ਸੀ ਜਿਸ ਨੂੰ ਉਹ ਮਿਲਦਾ ਸੀ। ਭਾਈਚਾਰਾ ਉਹਨਾਂ ਦੀ ਮੌਤ ਨੂੰ ਇੱਕ ਦੁਖਦਾਈ ਘਾਟਾ ਦੱਸਦਾ ਹੈ ਜਿਸ ਨਾਲ ਬਹੁਤ ਸਾਰੇ ਦਿਲ ਟੁੱਟ ਗਏ ਹਨ। ਇਸ ਦੌਰਾਨ ਲੋੜ ਦੇ ਸਮੇਂ ਅਲੈਗਜ਼ੈਂਡਰ ਲੁਕ ਦੇ ਪਰਿਵਾਰ ਦੀ ਸਹਾਇਤਾ ਲਈ ਇੱਕ ਐਮਰਜੈਂਸੀ ਫੰਡ ਸਥਾਪਿਤ ਕੀਤਾ ਗਿਆ ਹੈ। ਪਾਕਿਸਤਾਨੀ ਤਾਲਿਬਾਨ ਦੇ ਇੱਕ ਸਮੂਹ ਨੇ ਅਫਗਾਨਿਸਤਾਨ ਨਾਲ ਲੱਗਦੀ ਸਰਹੱਦ ਦੇ ਵਿਦਰੋਹੀਆਂ ਦੇ ਖਿਲਾਫ ਮੁਹਿੰਮ ਦੌਰਾਨ ਫੌਜ ਤੇ ਹਮਲਾ ਕੀਤਾ ਜਿਸ ਨਾਲ ਗੋਲੀਬਾਰੀ ਸ਼ੁਰੂ ਹੋ ਗਈ ਜਿਸ ਵਿੱਚ ਇੱਕ ਫੌਜੀ ਮੇਜਰ, ਇੱਕ ਜੂਨੀਅਰ ਅਧਿਕਾਰੀ ਅਤੇ 5 ਅੱਤਵਾਦੀ ਮਾਰੇ ਗਏ। ਪਾਕਿਸਤਾਨੀ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਗੋਲੀਬਾਰੀ ਬਲੋਚਿਸਤਾਨ ਸੂਬੇ ਦੇ ਜੌਬ ਜ਼ਿਲ੍ਹੇ ਵਿੱਚ ਹੋਈ। ਪਾਕਿਸਤਾਨੀ ਤਾਲਿਬਾਨ ਨੇ ਇੱਕ ਬਿਆਨ ਵਿੱਚ ਸੈਨਿਕਾਂ ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨੀ ਤਾਲਿਬਾਨ ਨੂੰ ਤਹਿਰੀਕੇ ਤਾਲਿਬਾਨ ਪਾਕਿਸਤਾਨ ਜਾਂ TTP ਵਜੋਂ ਜਾਣਿਆ ਜਾਂਦਾ ਹੈ ਅਤੇ ਇਹ ਇੱਕ ਵੱਖਰਾ ਸਮੂਹ ਹੈ ਪਰ ਅਫਗਾਨ ਤਾਲਿਬਾਨ ਨਾਲ ਗੱਠਜੋੜ ਹੈ ਜਿਸ ਨੇ ਅਗਸਤ 2021 ਵਿੱਚ ਅਫਗਾਨਿਸਤਾਨ ਤੇ ਕਬਜ਼ਾ ਕਰ ਲਿਆ ਕਿਉਂਕਿ ਉਸ ਸਮੇਂ ਜੰਗ ਦੇ 20 ਸਾਲ ਬਾਅਦ ਅਮਰੀਕੀ ਅਤੇ ਨਾਟੋ ਫੌਜਾਂ ਦੇ ਦੇਸ਼ ਤੋਂ ਵਾਪਸੀ ਦੇ ਆਖਰੀ ਪੜਾਅ ਵਿੱਚ ਸਨ। ਇੱਕ ਮੀਡੀਆ ਰਿਪੋਰਟ ਮੁਤਾਬਕ ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜ਼ੇ ਨੇ ਪਾਕਿਸਤਾਨ ਤਾਲਿਬਾਨ ਨੂੰ ਹੌਸਲਾ ਦਿੱਤਾ ਹੈ ਜਿਨ੍ਹਾਂ ਨੇ ਬਲੋਚਿਸਤਾਨ ਸਮੇਤ ਦੇਸ਼ ਭਰ 'ਚ ਪੁਲਿਸ ਅਤੇ ਫੌਜਾਂ ਖਿਲਾਫ ਹਮਲੇ ਤੇਜ਼ ਕਰ ਦਿੱਤੇ ਹਨ। TTP ਨੂੰ ਸਥਾਨਕ ਵੱਖਵਾਦੀ ਸਮੂਹਾਂ ਤੋਂ ਵੀ ਸਮਰਥਨ ਪ੍ਰਾਪਤ ਹੈ ਜਿਨ੍ਹਾਂ ਨੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਹੇਠਲੇ ਪੱਧਰ ਦੀ ਬਗਾਵਤ ਵੀ ਕੀਤੀ ਹੈ।
ਬਲੂਚੀ ਰਾਸ਼ਟਰਵਾਦੀ ਸ਼ੁਰੂ ਵਿੱਚ ਸੂਬਾਈ ਸਰੋਤਾਂ ਦਾ ਵੱਡਾ ਹਿੱਸਾ ਚਾਹੁੰਦੇ ਸਨ, ਪਰ ਬਾਅਦ ਵਿੱਚ ਉਹਨਾਂ ਦੀ ਬਗਾਵਤ ਇਸਲਾਮਾਬਾਦ ਵਿੱਚ ਸਰਕਾਰ ਤੋਂ ਆਜ਼ਾਦੀ ਦੀ ਲੜਾਈ ਲੜਨ ਵਿੱਚ ਬਦਲ ਗਈ। ਹਾਲਾਂਕਿ ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਵਿਦਰੋਹ ਨੂੰ ਕਾਬੂ ਕਰ ਲਿਆ ਹੈ, ਪਰ ਹਿੰਸਾ ਅਜੇ ਵੀ ਜਾਰੀ ਹੈ। ਬ੍ਰਿਟਿਸ਼ ਵਿਸ਼ੇਸ਼ ਬਲਾਂ ਨੇ ਇੱਕ ਦਹਾਕਾ ਪਹਿਲਾਂ ਅਫਗਾਨਿਸਤਾਨ ਵਿੱਚ ਬਗਾਵਤ ਵਿਰੋਧੀ ਕਾਰਵਾਈਆਂ ਦੌਰਾਨ ਦਰਜਨਾਂ ਅਫਗਾਨ ਪੁਰਸ਼ਾਂ ਦੀ ਹੱਤਿਆ ਕੀਤੀ ਸੀ ਅਤੇ ਨਾਲ ਹੀ ਇਹ ਦੋਸ਼ ਵੀ ਲਗਾਏ ਗਏ ਸਨ ਕਿ ਅਧਿਕਾਰੀਆਂ ਨੇ ਬਾਅਦ ਵਿੱਚ ਕਥਿਤ ਗੈਰ ਕਾਨੂੰਨੀ ਗਤੀਵਿਧੀ ਨੂੰ ਕਵਰ ਕੀਤਾ ਜਾਂ ਇਸ ਦੀ ਸਹੀ ਢੰਗ ਨਾਲ ਜਾਂਚ ਕਰਨ ਵਿੱਚ ਅਸਫਲ ਰਹੇ, ਜਿਸ ਤੋਂ ਬਾਅਦ ਇਹਨਾਂ ਦਾਅਵਿਆਂ ਦੀ ਜਾਂਚ ਕਰਨ ਲਈ ਲੰਘੇ ਸੋਮਵਾਰ ਨੂੰ ਇੱਕ ਸੁਤੰਤਰ ਜਾਂਚ ਸ਼ੁਰੂ ਹੋਈ ਹੈ। ਲੰਡਨ ਵਿੱਚ ਰਾਇਲ ਕੋਰਟ ਆਫ ਜਸਟਿਸ ਵਿੱਚ ਸ਼ੁਰੂ ਕੀਤੀ ਗਈ ਜਾਂਚ 2010 ਅਤੇ 2013 ਦੇ ਵਿਚਕਾਰ ਯੁੱਧਗ੍ਰਸਤ ਦੇਸ਼ ਵਿੱਚ ਕੁਲੀਨ ਫੌਜੀ ਯੂਨਿਟਾਂ ਦੁਆਰਾ ਕੀਤੇ ਗਏ ਰਾਤ ਦੇ ਛਾਪਿਆਂ ਦੌਰਾਨ ਹੋਈਆਂ ਕਥਿਤ ਗੈਰ ਕਾਨੂੰਨੀ ਹੱਤਿਆਵਾਂ ਤੇ ਕੇਂਦਰਿਤ ਹੈ। ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਬੇਕਸੂਰ ਅਤੇ ਨਿਹੱਥੇ ਨਾਗਰਿਕ ਸਨ ਅਤੇ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਦੀ ਮੰਗ ਕੀਤੀ। ਇੱਕ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਛਾਪੇਮਾਰੀ ਦੌਰਾਨ 9 ਵਿਅਕਤੀਆਂ ਨੂੰ ਉਸ ਸਮੇਂ ਗੋਲੀ ਮਾਰੀ ਗਈ ਜਦੋਂ ਉਹ ਸੁੱਤੇ ਪਏ ਸੀ, ਜਿਸ ਤੋਂ ਬਾਅਦ ਬ੍ਰਿਟਿਸ਼ ਫੌਜ ਨੇ ਬਿਆਨ ਦਿੱਤਾ ਸੀ ਕਿ ਸੈਨਿਕ ਉਸ ਸਮੇਂ ਸਵੈ ਰੱਖਿਆ ਵਿੱਚ ਕੰਮ ਕਰ ਰਹੇ ਸਨ। ਜਾਂਚ ਵਿੱਚ 8 ਬੱਚਿਆਂ ਸਮੇਤ 33 ਲੋਕਾਂ ਦੇ ਪਰਿਵਾਰਾਂ ਦੀ ਤਰਫੋਂ ਬੇਨਤੀਆਂ ਸੁਣਨ ਦੀ ਉਮੀਦ ਹੈ, ਜਿਨ੍ਹਾਂ ਨੂੰ ਕਥਿਤ ਤੌਰ ਤੇ ਵਿਸ਼ੇਸ਼ ਬਲਾਂ ਦੁਆਰਾ ਮਾਰਿਆ ਗਿਆ ਸੀ। ਵਕੀਲ ਓਲੀਵਰ ਗਲਾਸਗੋ ਨੇ ਸੀਨੀਅਰ ਫੌਜੀ ਅਧਿਕਾਰੀਆਂ ਵਿਚਕਾਰ ਈਮੇਲ ਆਦਾਨ ਪ੍ਰਦਾਨ ਦਾ ਹਵਾਲਾ ਦਿੱਤਾ, ਜਿਸਨੇ ਸੁਝਾਅ ਦਿੱਤਾ ਕਿ ਉਸ ਸਮੇਂ ਫੌਜ ਦੇ ਅੰਦਰ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਕਈ ਚਿੰਤਾਵਾਂ ਪੈਦਾ ਹੋਈਆਂ ਸਨ। ਰਿਪੋਰਟ ਮੁਤਾਬਕ ਕੁਝ ਪਰਿਵਾਰਾਂ ਵੱਲੋਂ ਯੂਕੇ ਸਰਕਾਰ ਵਿਰੁੱਧ ਕਾਨੂੰਨੀ ਚੁਣੌਤੀਆਂ ਸ਼ੁਰੂ ਕਰਨ ਤੋਂ ਬਾਅਦ ਜਾਂਚ ਦਾ ਹੁਕਮ ਦਿੱਤਾ ਗਿਆ ਸੀ। ਇਹ ਅਫਗਾਨਿਸਤਾਨ ਵਿੱਚ ਯੂਕੇ ਦੇ ਹਥਿਆਰਬੰਦ ਬਲਾਂ ਦੁਆਰਾ ਗਲਤ ਕੰਮ ਕਰਨ ਦੇ ਦੋਸ਼ਾਂ ਵਿੱਚ ਰਾਇਲ ਮਿਲਟਰੀ ਪੁਲਿਸ ਦੁਆਰਾ 2 ਪਿਛਲੀਆਂ ਜਾਂਚਾਂ ਦੀ ਪੜਤਾਲ ਕਰੇਗਾ, ਜੋ ਬਿਨਾਂ ਕਿਸੇ ਮੁਕੱਦਮੇ ਦੇ ਬੰਦ ਹੋ ਗਏ ਹਨ। ਜਦੋਂ BBC ਨੇ ਪਿਛਲੇ ਸਾਲ ਇੱਕ ਜਾਂਚ ਪ੍ਰੋਗਰਾਮ ਵਿੱਚ ਕਥਿਤ ਗੈਰ ਕਾਨੂੰਨੀ ਕਤਲਾਂ ਬਾਰੇ ਵੇਰਵੇ ਪ੍ਰਸਾਰਿਤ ਕੀਤੇ ਤਾਂ ਰੱਖਿਆ ਮੰਤਰਾਲੇ ਨੇ ਪਹਿਲਾਂ ਦੀਆਂ 2 ਪੁੱਛਗਿੱਛਾਂ ਵਿੱਚ ਸਬੂਤਾਂ ਦੀ ਘਾਟ ਦਾ ਹਵਾਲਾ ਦਿੱਤਾ ਅਤੇ ਦਾਅਵਾ ਕੀਤਾ ਕਿ ਦੋਸ਼ਾਂ ਦੀ ਰਿਪੋਰਟ ਕਰਨਾ ਗੈਰ ਜ਼ਿੰਮੇਵਾਰਾਨਾ ਅਤੇ ਗਲਤ ਸੀ। ਰਿਪੋਰਟ ਮੁਤਾਬਕ 11 ਸਤੰਬਰ ਦੇ ਹਮਲਿਆਂ ਤੋਂ ਬਾਅਦ ਨਾਟੋ ਦੀ ਅਗਵਾਈ ਵਾਲੇ ਅੰਤਰਰਾਸ਼ਟਰੀ ਗੱਠਜੋੜ ਦੇ ਹਿੱਸੇ ਵਜੋਂ ਬ੍ਰਿਟਿਸ਼ ਬਲਾਂ ਨੂੰ 2001 ਤੋਂ ਅਫਗਾਨਿਸਤਾਨ ਵਿੱਚ ਤਾਇਨਾਤ ਕੀਤਾ ਗਿਆ ਸੀ। ਪੁਨਰ ਨਿਰਮਾਣ ਪ੍ਰੋਜੈਕਟਾਂ ਲਈ ਸੁਰੱਖਿਆ ਪ੍ਰਦਾਨ ਕਰਨ ਵਿੱਚ ਮਦਦ ਕਰਨ ਲਈ ਸਾਲ 2006 ਤੋਂ ਹਜ਼ਾਰਾਂ ਬ੍ਰਿਟਿਸ਼ ਫੌਜਾਂ ਨੂੰ ਹੈਲਮਟ ਭੇਜਿਆ ਗਿਆ ਸੀ, ਪਰ ਛੇਤੀ ਹੀ ਉਹਨਾਂ ਨੂੰ ਲੜਾਈ ਦੀਆਂ ਕਾਰਵਾਈਆਂ ਵਿੱਚ ਖਿੱਚ ਲਿਆ ਗਿਆ। ਆਖਰੀ ਬ੍ਰਿਟੇਨ ਦੀਆਂ ਫੌਜਾਂ ਅਤੇ ਉਹਨਾਂ ਦੇ ਨਾਟੋ ਸਹਿਯੋਗੀਆਂ ਨੇ ਲਗਭਗ 2 ਦਹਾਕਿਆਂ ਦੀ ਮੁਹਿੰਮ ਤੋਂ ਬਾਅਦ 2021 ਵਿੱਚ ਅਫਗਾਨਿਸਤਾਨ ਤੋਂ ਵਾਪਸ ਲੈ ਲਿਆ ਸੀ। ਅੱਜ ਦੀਆਂ ਖਬਰਾਂ ਦੇ ਵਿੱਚ ਇੰਨਾ ਹੀ। ਮੁੜ ਤੋਂ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਦੇ ਨਾਲ। ਤੁਸੀਂ ਵੇਖਦੇ ਰਹੋ PTV, ਬੀ ਪੋਜ਼ਿਟਿਵ, ਬੀ ਯੋਰਸੈਲਫ।